ਸਾਡੀ ਯੂਨੀਵਰਸਿਟੀ ਦੀ ਇੱਕ ਹੋਰ ਪ੍ਰਾਪਤੀ ਹੈਗੀ, ਉਹ ਹੈਗੀ ਆ ਜਿਹੜੀ ਪੰਜਾਬੀ ਦੀ ਲਿਪੀ ਦੀ ਕੰਧ ਖੜੀ ਹੋ ਗਈ ਆ, ਗੁਰਮੁਖੀ ਅਤੇ ਸ਼ਾਹਮੁਖੀ। ਸ਼ਾਹਮੁਖੀ ਜਿਹਨੂੰ ਕਿ ਅਸੀਂ ਉਰਦੂ ਲਿਪੀ ਵੀ ਕਹਿੰਦੇ ਹੈਗੇ ਆ, ਜਿਹੜੀ ਕਿ ਪਾਕਿਸਤਾਨ ਵਿੱਚ ਕਾਫੀ ਵਰਤੀ ਜਾਂਦੀ ਹੈਗੀ। ਪਾਕਿਸਤਾਨ 'ਚ ਪੰਜਾਬੀ ਬੋਲਣ ਵਾਲੇ ਸਾਡੇ ਇਸ ਪੰਜਾਬ ਨਾਲ ਕਿਤੇ ਜ਼ਿਆਦਾ ਗਿਣਤੀ 'ਚ ਲੋਕ ਹਨ, ਬਟ ਉਹ ਲਿਖਦੇ ਗੁਰਮੁਖੀ ਲਿਪੀ 'ਚ ਨਹੀਂ, ਉਹ ਲਿਖਦੇ ਉਹਨੂੰ ਸ਼ਾਹਮੁਖੀ ਵਿੱਚ ਹਨ। ਅਤੇ ਇਹਦਾ ਨਤੀਜਾ ਇਹ ਹੁੰਦਾ ਕਿ ਇੱਕੋ ਹੀ ਲਿਖਤ ਜਿਹੜੀ ਕਿ ਅਸੀਂ ਪੰਜਾਬੀ ਭਾਸ਼ਾ 'ਚ ਲਿਖੀ ਹੈ ਪਰ ਗੁਰਮੁਖੀ 'ਚ ਆ, ਅਤੇ ਜਿਹੜੇ ਪਾਕਿਸਤਾਨ 'ਚ ਬੈਠੇ ਸਾਡੇ ਵੀਰ ਉਹਨੂੰ ਪੜ੍ਹ ਨਹੀਂ ਸਕਦੇ। ਇਸ ਤਰ੍ਹਾਂ ਪਾਕਿਸਤਾਨ ਵਿੱਚ ਕੋਈ ਰਚਿਆ ਹੋਇਆ ਸਾਹਿਤ ਜਿਹੜਾ ਹੈਗਾ ਉਹਨੂੰ ਅਸੀਂ ਇੱਥੇ ਨਹੀਂ ਪੜ੍ਹ ਸਕਦੇ ਕਿਉਂਕਿ ਇਹ ਉਰਦੂ ਲਿਪੀ 'ਚ ਹੈਗਾ। ਅਸੀਂ ਇੱਕ ਆਟੋਮੈਟਿਕ ਸੋਫਟਵੇਅਰ ਬਣਾਇਆ ਹੈਗਾ ਜਿਹਦੇ ਰਾਹੀਂ ਅਸੀਂ ਕਿਸੇ ਵੀ ਗੁਰਮੁਖੀ ਦੀ ਲਿਪੀ ਨੂੰ ਸ਼ਾਹਮੁਖੀ ਵਿੱਚ ਅਤੇ ਸ਼ਾਹਮੁਖੀ ਦੀ ਲਿਪੀ ਨੂੰ ਗੁਰਮੁਖੀ ਲਿਪੀ ਵਿੱਚ ਕਨਵਰਟ ਕਰ ਸਕਦੇ ਹਾਂ। ਅਤੇ ਇਹ ਸੋਫਟਵੇਅਰ ਇੰਨਾ ਫਾਸਟ ਹੈ ਕਿ ਕੋਈ 300 ਸਫ਼ਿਆਂ ਦੀ ਕਿਤਾਬ ਨੂੰ ਇਹ 1 ਮਿੰਟ ਦੇ ਵਿੱਚ ਇੱਕ ਲਿਪੀ ਤੋਂ ਦੂਸਰੀ ਲਿਪੀ ਵਿੱਚ ਕਨਵਰਟ ਕਰ ਦਿੰਦਾ ਹੈਗਾ ਜੀ। ਤੇ ਇਹਦੇ ਨਾਲ ਇੱਕ ਜਿਹੜੀ ਬਹੁਤ ਵੱਡੀ ਇੱਕ ਲਿਪੀ ਦੀ ਸਮੱਸਿਆ ਸੀਗੀ ਉਹ ਦੂਰ ਹੋ ਗਈ ਆ। ਇਸ ਦੇ ਇਲਾਵਾ ਅਸੀਂ ਭਾਸ਼ਾ ਦੀ ਸਮੱਸਿਆ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਕੋਈ ਅਗਰ ਪੰਜਾਬੀ ਵਿੱਚ ਲਿਖਤ ਹੈਗੀ ਹੈ ਉਹਨੂੰ ਅਸੀਂ ਹਿੰਦੀ 'ਚ ਕਨਵਰਟ ਕਰ ਸਕਦੇ ਹਾਂ, ਅਨੁਵਾਦ ਕਰ ਸਕਦੇ ਆਪਣੇ ਆਪ। ਇਸੇ ਤਰ੍ਹਾਂ ਹਿੰਦੀ ਦੀ ਕਿਸੇ ਵੀ ਲਿਖਤ ਨੂੰ ਅਸੀਂ ਪੰਜਾਬੀ ਵਿੱਚ ਵੀ ਅਨੁਵਾਦ ਕਰ ਸਕਦੇ ਹੈਗੇ ਆ। ਇਹ ਵਾਲਾ ਜਿਹੜਾ ਸੋਫਟਵੇਅਰ ਹੈਗੇ ਇਸ ਮੇਰੇ PhD ਦੇ 2 ਸਟੂਡੈਂਟਸ ਨੇ ਵਿਕਾਸ ਕੀਤਾ ਇਹਨਾਂ ਦਾ। ਜਿਹੜੇ ਬਾਕੀ ਪ੍ਰੋਜੈਕਟ ਸੀਗੇ ਉਹਨਾਂ ਦੀ ਸਾਨੂੰ ਗ੍ਰਾਂਟਸ ਸਾਨੂੰ ਬਾਹਰਲੇ 2 ਆਰਗੇਨਾਈਜੇਸ਼ਨਸ, ਇੱਕ ਸਿੰਗਾਪੁਰ ਤੇ ਇੱਕ ਆਸਟ੍ਰੇਲੀਆ ਤੋਂ ਉਹਨਾਂ ਦੀ ਫੰਡਿੰਗ ਹੋਈ ਸੀਗੀ। ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਕਿਉਂਕਿ ਮੈਂ ਇੱਥੇ ਪ੍ਰੋਫੈਸਰ ਵੀ ਹੈਗਾ ਕੰਪਿਊਟਰ ਸਾਇੰਸ ਦੇ ਵਿੱਚ, ਅਤੇ ਜਿਹੜੇ ਸਾਡੇ PhD ਦੇ ਸਟੂਡੈਂਟਸ ਜਾਂ MTech ਜਾਂ MC ਦੇ ਸਟੂਡੈਂਟਸ ਹੈਗੇ ਆ, ਉਹਨਾਂ ਨੇ ਕੋਈ ਵੀ ਪ੍ਰੋਜੈਕਟ ਕਰਨਾ ਜਾਂ ਜਿਹੜੀ ਵੀ ਰਿਸਰਚ ਕਰਨੀ ਹੈਗੀ ਆ ਉਹਨੂੰ ਅਗਰ ਉਹ ਮੇਰੇ ਨਾਲ ਕਰਨੀ ਹੈ ਅਤੇ ਉਹ ਕੋਈ ਨਾ ਕੋਈ ਪੰਜਾਬੀ ਦਾ ਵਿਸ਼ਾ ਕੰਪਿਊਟਰ ਦੇ ਉੱਪਰ ਹੁੰਦਾ ਆ। ਜਿਵੇਂ ਕਿ ਕਿਸੇ ਨੇ MTech ਦਾ ਪ੍ਰੋਜੈਕਟ ਕਰਨਾ ਹੈ, ਜਿਸ ਨੇ MCA ਦਾ ਪ੍ਰੋਜੈਕਟ ਕਰਨਾ ਹੈਗਾ 6 ਮਹੀਨੇ ਦਾ, ਅਤੇ ਉਹ ਪੰਜਾਬੀ ਟੀਚਿੰਗ ਦੀ ਵੈਬਸਾਈਟ ਦਾ ਕੋਈ ਜਿਵੇਂ ਗੇਮ ਤਿਆਰ ਕਰ ਲੈਂਦਾ ਜਾਂ ਕੋਈ ਸਟੋਰੀ ਤਿਆਰ ਕਰ ਲੈਂਦਾ ਹੈਗਾ। ਇਸੇ ਤਰ੍ਹਾਂ ਜਿਹਨੇ ਰਿਸਰਚ ਕਰਨੀ ਹੈਗੀ ਆ PhD ਦੇ ਲਈ, ਉਹਦੇ ਲਈ ਵੀ ਇੱਕ ਤਰ੍ਹਾਂ ਦਾ ਵਿਸ਼ਾ ਜਿਵੇਂ ਕਿ ਪੰਜਾਬੀ ਤੋਂ ਹਿੰਦੀ ਦਾ ਆਟੋਮੈਟਿਕ ਅਨੁਵਾਦ ਦਾ ਸਿਸਟਮ ਤਿਆਰ ਕਰਨਾ, ਕਿਉਂਕਿ ਅੱਜ ਕਾਫੀ ਵੱਡਾ ਹੀ ਰਿਸਰਚ ਇਨਵੋਲਵਡ ਆ। ਇਸੇ ਤਰ੍ਹਾਂ ਅੰਗਰੇਜ਼ੀ ਤੋਂ ਪੰਜਾਬੀ, ਇਹ ਹਾਲੇ ਖੈਰ ਆਪਣੇ ਆਪ 'ਚ ਬੜਾ ਵੱਡਾ ਚੈਲੰਜ ਆ, ਬਟ ਇਹਦੇ ਉੱਪਰ ਵੀ ਅਸੀਂ ਕੰਮ ਸ਼ੁਰੂ ਕੀਤਾ ਕਿ ਕੋਈ ਵੀ ਅੰਗਰੇਜ਼ੀ ਲਿਖਤ ਹੋਵੇ ਉਹਨੂੰ ਅਸੀਂ ਪੰਜਾਬੀ 'ਚ ਕਨਵਰਟ ਕਰ ਸਕੀਏ। ਇਹ ਹਾਲੇ ਅਸੀਂ ਬੜੇ ਲਿਮਿਟਿਡ ਫਾਰਮ ਵਿੱਚ ਇਹਦੇ ਉੱਪਰ ਕੰਮ ਕਰ ਰਹੇ ਹਾਂ। ਇਹ ਵੀ ਇੱਕ ਮੇਰਾ PhD ਦਾ ਸਟੂਡੈਂਟ ਕੰਮ ਕਰ ਰਿਹਾ। ਇਸੇ ਤਰ੍ਹਾਂ ਅਸੀਂ ਪੰਜਾਬੀ ਵਿੱਚ ਕੁਛ ਵੀ ਲਿਖਿਆ ਹੋਵੇ ਤਾਂ ਉਹਨੂੰ ਕੰਪਿਊਟਰ ਬੋਲ ਸਕੇ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਸਪੀਚ ਸਿੰਥੇਸਿਸ ਸਿਸਟਮ। ਜਿਵੇਂ ਕਿ ਮੈਨੂੰ ਯਾਦ ਹੈ ਇੱਥੇ ਭਾਸ਼ਾ ਵਿਭਾਗ ਵਿੱਚ ਇੱਕ ਹੈਗੇ ਕੋਈ ਮਿਸਟਰ ਮਹੇਸ਼, ਜਿਹੜੇ ਕਿ ਵੈਸੇ ਤਾਂ ਦੇਖ ਨਹੀਂ ਸਕਦੇ ਪਰ ਉਹ ਕੰਪਿਊਟਰ ਬਹੁਤ ਅੱਛੀ ਤਰ੍ਹਾਂ ਵਰਤਦੇ ਆ ਜੀ। ਔਰ ਉਹ ਇਸ ਕਰਕੇ ਵਰਤ ਸਕਦੇ ਕਿਉਂਕਿ ਕੰਪਿਊਟਰ ਦੇ ਉੱਪਰ ਬੜੇ ਅੱਛੇ ਅੰਗਰੇਜ਼ੀ ਦੇ ਸੌਫਟਵੇਅਰ ਹੈਗੇ ਆ। ਉਹ ਸੌਫਟਵੇਅਰ ਆਪਣੇ ਆਪ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਆ, ਅਤੇ ਅਗਰ ਉਹਨਾਂ ਨੇ ਅੰਗਰੇਜ਼ੀ ਦੀ ਅਖਬਾਰ ਵੀ ਪੜ੍ਹਨੀ ਆ ਅਤੇ ਉਸ ਕੰਪਿਊਟਰ ਉਹਨਾਂ ਨੂੰ ਪੜ੍ਹ ਕੇ ਸੁਣਾ ਦਿੰਦਾ। ਬਟ ਉਹਨਾਂ ਦੀ ਇਹ ਤਮੰਨਾ ਸੀ, ਕਹਿੰਦੇ ਸੀ ਵੀ ਮੈਂ ਅਗਰ ਅਜੀਤ ਅਖਬਾਰ ਪੜ੍ਹਨੀ ਹੈ ਅਤੇ ਮੈਂ ਪੜ੍ਹ ਨਹੀਂ ਸਕਦਾ, ਮੈਂ ਕਿਸੇ ਨੂੰ ਕਹਿੰਦਾ ਵੀ ਮੈਨੂੰ ਪੜ੍ਹ ਕੇ ਸੁਣਾਵੇ, ਹਾਲਾਂਕਿ ਅਜੀਤ ਕੰਪਿਊਟਰ 'ਤੇ ਅਵੇਲੇਬਲ ਆ। ਅਤੇ ਅਸੀਂ ਜਿਹੜਾ ਸੌਫਟਵੇਅਰ ਬਣਾ ਰਹੇ ਹੈਗੇ ਆ, ਜਿਹਨੂੰ ਮੈਂ ਦੱਸ ਰਿਹਾ ਸੀ ਪੰਜਾਬੀ ਸਪੀਚ ਸਿੰਥੇਸਿਸ, ਉਹਦੇ ਨਾਲ ਆਪਣੇ ਆਪ ਹੀ ਉਹ ਕੋਈ ਵੀ ਈਮੇਲ ਜਾਂ ਕੋਈ ਵੀ ਅਖਬਾਰ ਵੀ ਹੋਏਗੀ ਉਹ ਵੀ ਪੜ੍ਹ ਕੇ ਸੁਣਾ ਦੇਗਾ ਉਹ। ਇਹ ਵੀ ਸਾਡਾ ਇੱਕ PhD ਦਾ ਪ੍ਰੋਜੈਕਟ ਹੈ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡੀ ਗੱਲ ਸੁਣਨ ਵਾਲਿਆਂ ਨੂੰ ਵੀ ਬੜਾ ਆਨੰਦ ਆਇਆ ਹੋਵੇਗਾ ਕਿ ਪੰਜਾਬੀ ਦੇ ਵਿਕਾਸ ਦੇ ਲਈ ਕਿੰਨਾ ਕੰਮ ਯੂਨੀਵਰਸਿਟੀ ਵੱਲੋਂ ਤੁਸੀਂ ਜਿਹੜਾ ਉਹ ਤੁਹਾਡੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ। ਜਿਹੜੀ ਪਿੱਛੇ ਜੇ ਇੱਕ ਖਦਸ਼ਾ ਪ੍ਰਗਟ ਹੋਇਆ ਸੀ ਕਿ ਕੁਝ ਵਿਸ਼ਵ ਦੀਆਂ ਕੁਝ ਭਾਸ਼ਾਵਾਂ ਜਿਹੜੀਆਂ ਨੇ ਉਹ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈਆਂ ਨੇ, ਔਰ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਯੂਨੀਵਰਸਿਟੀ 'ਚ ਕਾਨਫਰੰਸ ਵੀ ਹੋਈ, ਉਹਦੇ ਵਿੱਚ ਬਹੁਤ ਚਰਚੇ ਹੋਏ ਕਿ ਜੀ UNO ਵੱਲੋਂ ਇੱਕ ਰਿਪੋਰਟ ਆਈ ਹੈ ਔਰ ਉਹਦੇ ਵਿੱਚ ਦੱਸਿਆ ਗਿਆ ਕਿ ਪੰਜਾਬੀ ਵੀ ਆਉਣ ਵਾਲੇ ਜਿਹੜੇ ਆ ਉਹ 50 ਸਾਲਾਂ 'ਚ ਖਤਮ ਹੋ ਜਾਏਗੀ। ਉਹਨਾਂ ਨੇ 50 ਸਾਲ ਮਿੱਥ ਦਿੱਤੇ ਸੀਗੇ, ਲੇਕਿਨ ਉਹਦੇ ਵਿੱਚੋਂ ਕਾਨਫਰੰਸ 'ਚੋਂ ਵੀ ਗੱਲ ਨਿਕਲੀ ਔਰ ਹੁਣ ਤੁਹਾਡਾ ਪ੍ਰੋਜੈਕਟ ਜਿਹੜਾ ਇਸ ਟਾਈਮ ਜਿੱਥੋਂ ਲੱਗਦਾ ਕਿ ਵੀ ਉਹ ਸ਼ਾਇਦ ਕਿਸੇ ਉੱਪਰਲੇ ਪੱਧਰ ਦੀ ਗੱਲ ਕੀਤੀ ਗਈ ਸੀ, ਕਿਉਂਕਿ ਹੁਣ ਤੇ ਕੈਨੇਡਾ ਵਿੱਚ ਵੀ ਜਿਹੜੀ ਆ ਉਹ ਭਾਸ਼ਾ ਜਿਹੜੀ ਆ ਉਹ ਦੂਸਰੇ ਕੁਝ ਰਾਜਾਂ ਦੇ ਵਿੱਚ ਦੂਸਰੇ ਪੱਧਰ ਦੀ ਪੰਜਾਬੀ ਭਾਸ਼ਾ ਬਣ ਗਈ ਹੋਈ ਹੈ। ਸੋ ਤੁਸੀਂ ਇਸ ਬਾਰੇ ਥੋੜਾ ਜਿਹਾ ਵਿਸਥਾਰ 'ਚ ਦੱਸੋ ਕਿ ਆਉਣ ਵਾਲਾ ਭਵਿੱਖ ਪੰਜਾਬੀ ਦਾ ਇਹਨਾਂ ਸਥਿਤੀਆਂ ਦੇ ਵਿੱਚ ਜਿਹੜੀਆਂ ਦੱਸੀਆਂ ਗੱਲਾਂ ਨੇ ਕਿੰਨਾ ਕੁ ਸੁਨਹਿਰਾ ਹੋਰ ਹੈ। ਨਹੀਂ, ਮੇਰੇ ਖਿਆਲ ਨਾਲ ਤਾਂ ਪੰਜਾਬੀ ਦਾ ਭਵਿੱਖ ਬਹੁਤ ਹੀ ਸੁਨਹਿਰਾ ਹੈਗਾ। ਇਹਦੇ ਲਈ ਮੈਂ ਇੱਕ ਬਹੁਤ ਵੱਡੀ ਖੈਰ ਜਿਹੜਾ ਕ੍ਰੈਡਿਟ ਦੇਵਾਂਗਾ ਉਹ ਸਾਡੇ ਪੰਜਾਬੀ ਦੇ ਗਾਣਿਆਂ ਨੂੰ ਦੇਵਾਂਗਾ ਜੀ। ਇਨਫੈਕਟ ਮੈਨੂੰ ਹੈਰਾਨੀ ਹੋਈ ਸੀ, ਮੈਂ UK ਗਿਆ ਸੀਗਾ, ਉੱਥੇ ਇੱਕ ਸਕੂਲ ਟੀਚਰ ਸੀ, ਉਹ ਪੰਜਾਬੀ ਪੜ੍ਹਾਉਂਦੇ ਸੀਗੇ ਅਤੇ ਉਹ ਸਾਡੀ ਵੈਬਸਾਈਟ ਤੋਂ ਪੰਜਾਬੀ ਪੜ੍ਹਾਉਂਦੇ ਸੀ, ਇਸ ਲਈ ਮੇਰੇ ਉਹਨਾਂ ਨਾਲ ਇੰਟਰੈਕਸ਼ਨ ਹੋਈ ਸੀ। ਅਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਪੰਜਾਬੀ ਸਿੱਖਣ ਵਾਲੇ ਤੁਹਾਡੇ
ਸਟੂਡੈਂਟ ਕਿੱਥੋਂ ਕਿੱਥੋਂ, ਤਾਂ ਉਹਨਾਂ ਨੇ ਦੱਸਿਆ ਵੀ ਕਈ ਕਾਲੇ ਵੀ ਆ ਕੇ ਸਭ ਤੋਂ ਪੰਜਾਬੀ ਸਿੱਖਦੇ ਹੈਗੇ ਆ। ਤੇ ਕਾਲੇ ਉਹ ਕਹਿੰਦੇ ਇਸ ਲਈ ਸਿੱਖਦੇ ਆ ਕਿਉਂਕਿ ਉਹ ਕਹਿੰਦੇ ਅਸੀਂ ਜਿਹੜੇ ਪੰਜਾਬੀ ਭੰਗੜਾ ਆ, ਇਹਦੀ ਜਿਹੜੀ ਬੀਟਸ ਹੈਗੀ ਸਾਨੂੰ ਇੰਨੀਆਂ ਪਸੰਦ ਹੈਗੀਆਂ ਤੇ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਸਮਝ ਸਕੀਏ ਵੀ ਇਹ ਕੀ ਗਾਉਂਦੇ ਹੈਗੇ ਆ। ਤੇ ਵੀ ਮਤਲਬ ਉਹ ਵੀ ਭੰਗੜਾ ਪਾ ਸਕਣ। ਹਾਂਜੀ ਤੇ ਇਨਫੈਕਟ ਬਾਕੀ ਸਾਡੇ ਪੰਜਾਬੀ ਤਾਂ ਜਿੱਥੇ ਹੈਗੇ ਉਹ ਤਾਂ ਸਿੱਖ ਹੀ ਰਹੇ ਆ, ਇਹਦੇ ਇਲਾਵਾ ਹੋਰ ਵੀ ਕਈ ਜਿਹੜੇ ਨੈਸ਼ਨੈਲਿਟੀਜ਼ ਦੇ ਲੋਕ ਹੈਗੇ ਉਹ ਸਿੱਖ ਰਹੇ। ਈਵਨ ਮੈਂ ਕੈਨੇਡਾ ਗਿਆ ਸੀਗਾ, ਉੱਥੇ ਮੈਨੂੰ ਕੁਝ ਅੰਗਰੇਜ਼ ਮਿਲੇ ਸੀ ਜਿਹੜੇ ਕਿ ਪੰਜਾਬੀ ਸਿੱਖ ਰਹੇ ਸੀਗੇ, ਸਾਡੀ ਵੈਬਸਾਈਟ ਤੋਂ ਪੰਜਾਬੀ ਸਿੱਖ ਰਹੇ ਸੀਗੇ। ਤੇ ਉਹਨਾਂ ਤੋਂ ਵੀ ਮੈਂ ਪੁੱਛਿਆ ਵੀ ਤੁਹਾਨੂੰ ਪੰਜਾਬੀ ਕਿਉਂ ਸਿੱਖ ਰਹੇ ਹੋ, ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਬੜੀ ਪਿਆਰੀ ਭਾਸ਼ਾ ਲੱਗਦੀ ਹੈਗੀ ਆ ਤੇ ਇਸ ਕਰਕੇ ਅਸੀਂ ਸਪੈਸ਼ਲੀ ਚਾਹੁੰਦੇ ਆ ਵੀ ਅਗਰ ਅਸੀਂ ਜੋ ਇਹਦੇ 'ਚ ਲਿਖਤ ਹੈਗੀ ਉਹਨੂੰ ਕੁਝ ਸਮਝ ਸਕੀਏ, ਉਹਦੇ ਲਈ ਪੰਜਾਬੀ ਨੂੰ ਸਿੱਖ ਰਹੇ ਹੈਗੇ ਆ। ਤੇ ਮੈਂ ਪਿੱਛੇ ਜੇ ਮੈਨੂੰ ਯਾਦ ਹੈ ਇੱਕ ਹਿੰਦੁਸਤਾਨ ਟਾਈਮਸ ਲੇਖ ਆਇਆ ਸੀ ਜਿਹਦਾ ਹੈਡਿੰਗ ਕੁਝ ਇਸ ਤਰ੍ਹਾਂ ਸੀ, ਹਿੰਦੁਸਤਾਨ ਦਾ ਪੰਜਾਬੀਕਰਨ। ਉਹਨਾਂ ਨੇ ਲਿਖਿਆ ਸੀ ਵੀ ਸਾਰੇ ਹਿੰਦੁਸਤਾਨ ਵਿੱਚ ਪੰਜਾਬੀ ਖਾਣਾ, ਪੰਜਾਬੀ ਗੀਤ, ਪੰਜਾਬੀ ਭੰਗੜਾ, ਪੰਜਾਬੀ ਡਰੈਸ ਤੇ ਪੰਜਾਬੀ ਭਾਸ਼ਾ ਇਹ ਛਾ ਗਏ ਆ। ਅੱਜ ਕੱਲ ਅਸੀਂ ਦੇਖਿਆ ਕੋਈ ਵੀ ਹਿੰਦੀ ਦੀ ਜਿਹੜੀ ਫਿਲਮ ਆ, ਜਦ ਤੱਕ ਉਹਦੇ ਪੰਜਾਬੀ ਦਾ ਗਾਣਾ ਨਾ ਹੋਵੇ ਤਾਂ ਲੱਗਦਾ ਨਹੀਂ ਵੀ ਉਹ ਫਿਲਮ ਕੰਪਲੀਟ ਹੋਈ ਆ। ਡਾਕਟਰ ਸਾਹਿਬ ਹੁਣ ਤੇ ਪੰਜਾਬੀ ਦੀਆਂ ਗਾਲਾਂ ਦਾ ਵੀ ਵਿਸ਼ਵੀਕਰਨ ਹੋਣ ਲੱਗ ਪਿਆ। ਕੁਝ ਗੀਤਾਂ ਦੇ ਵਿੱਚ ਉਹ ਬੜੇ ਸੋਫਿਸਟਿਕੇਟਡ ਢੰਗ ਨਾਲ ਗਾਲਾਂ ਵੀ ਕੱਢੀਆਂ ਗਈਆਂ ਨੇ। ਹਾਂਜੀ ਜੀ ਜੀ। ਤੇ ਉਹ ਜਿਹੜਾ ਆਰਟੀਕਲ ਸੀ ਉਸ ਤੋਂ ਉਹਨੇ ਲਿਖਿਆ ਸੀ ਵੀ ਸਾਰਾ ਹਿੰਦੁਸਤਾਨ ਪੰਜਾਬੀਕਰਨ ਦੇ ਅੰਡਰ ਆ ਰਿਹਾ ਹੈਗਾ ਤੇ ਅਸੀਂ ਇਹਨਾਂ ਸਰਕਮਸਟੈਂਸ ਵਿੱਚ ਇਹ ਗੱਲ ਸੋਚ ਹੀ ਨਹੀਂ ਸਕਦੇ ਵੀ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਹੈਗਾ। ਜੀ ਸੋ ਬਹੁਤ ਵਧੀਆ ਗੱਲ ਹੈ ਕਿ ਪੰਜਾਬੀਕਰਨ ਹੋ ਰਿਹਾ, ਕਿਉਂਕਿ ਅਸੀਂ ਹੁਣ ਦੇਖਦੇ ਹਾਂ ਕਿ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਵੀ ਸਾਡੇ ਕੋਲੇ ਆ ਰਹੀਆਂ ਨੇ, ਜਿਹਦੇ ਵਿੱਚ ਕੁਝ ਮੋਬਾਈਲ ਸਰਵਿਸਿਜ਼ ਵਾਲੀਆਂ ਵੀ ਨੇ, ਕੁਝ ਘਰਾਂ ਦੇ ਸਮਾਨ ਵਾਲੀਆਂ ਨੇ, ਇਲੈਕਟ੍ਰੋਨਿਕ ਗੁੱਡਸ ਵਾਲੀਆਂ। ਉਹਨਾਂ ਦੇ ਅਸੀਂ ਜਦੋਂ ਬੋਰਡ ਪੜ੍ਹਦੇ ਹਾਂ, ਰੋਡ ਸਾਈਡ ਹੋਰਡਿੰਗਸ, ਤਾਂ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਵੀ ਪੰਜਾਬੀ ਦੀ ਵਰਤੋਂ ਕੀਤੀ ਹੁੰਦੀ ਹੈ। ਹਾਂਜੀ ਹਾਂਜੀ, ਇਸੇ ਤਰ੍ਹਾਂ ਹਿੰਦੀ ਦੀ ਵੀ ਵਰਤੋਂ ਵੀ ਹੋ ਰਹੀ ਹੈ ਔਰ ਪੰਜਾਬੀ ਦੀ ਵੀ ਵਰਤੋਂ ਹੋ ਰਹੀ ਹੈ। ਡਾਕਟਰ ਸਾਹਿਬ, ਇਹ ਜਿਹੜਾ ਭਾਸ਼ਾਵਾਂ ਦਾ ਆਪਸ ਵਿੱਚ ਮੇਲ ਹੈ, ਅਸੀਂ ਵੇਖਿਆ ਕਿ ਇਹਦੇ ਨਾਲ ਬੜਾ ਕੁਝ ਹੋਰ ਵੀ ਬਦਲ ਰਿਹਾ। ਕਿਤੇ ਇੱਕ ਸਮਾਂ ਇਹੋ ਜਿਹਾ ਸੀ ਜਿੱਥੇ ਪੰਜਾਬੀ ਦੇ ਵਿਦਵਾਨ, ਹਿੰਦੀ ਦੇ ਵਿਦਵਾਨ ਗੱਲ ਕਰਦੇ ਸੀ ਕਿ ਸ਼ੁੱਧ ਪੰਜਾਬੀ ਦੀ ਗੱਲ, ਤੇ ਜੇ ਕਿਤੇ ਕੋਈ ਸਟੇਜ ਤੇ ਖੜ ਕੇ ਅੰਗਰੇਜ਼ੀ ਦਾ ਸ਼ਬਦ ਜਾਂ ਹਿੰਦੀ ਦਾ ਸ਼ਬਦ ਵਰਤ ਲੈਂਦਾ ਸੀ ਤਾਂ ਉਹਦੇ ਪਿੱਛੇ ਟੁੱਟ ਕੇ ਪੈ ਜਾਂਦੇ ਸੀ ਕਿ ਜੀ ਤੁਸੀਂ ਇਹ ਕਿਉਂ ਵਰਤ ਰਹੇ ਹੋ। ਪਰ ਇਸ ਵਕਤ ਸਥਿਤੀ ਬਿਲਕੁਲ ਜਿਹੜੀ ਉਲਟ ਹੋ ਗਈ ਹੈ ਕਿ ਸਾਡੇ ਉਹੀ ਵਿਦਵਾਨ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਇਹਦਾ ਵਿਰੋਧ ਕਰਦੇ ਸੀ, ਉਹਨਾਂ ਦੀਆਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਅੰਗਰੇਜ਼ੀ ਦੇ ਸ਼ਬਦ ਆਉਣ ਲੱਗ ਪਿਆ, ਹਿੰਦੀ ਦੇ ਵੀ ਆਉਣ ਲੱਗ ਪਿਆ। ਔਰ ਸਾਡੇ ਬੋਰਡ ਅਸੀਂ ਵੇਖਦੇ ਹਾਂ ਕਿ ਕਦੇ ਹਿੰਦੀ ਦੇ ਬੋਰਡ ਹੁੰਦੇ ਸੀ ਜਾਂ ਪੰਜਾਬੀ ਦੇ, ਹੁਣ ਅੱਧਾ ਸੈਂਟੈਂਸ ਹਿੰਦੀ ਦਾ, ਅੱਧਾ ਪੰਜਾਬੀ ਦਾ ਤੇ ਵਿੱਚ ਅੰਗਰੇਜ਼ੀ ਲਿਖੀ ਹੁੰਦੀ ਹੈ। ਮਤਲਬ ਇਹ ਮਿਕਸ ਹੋ ਰਿਹਾ ਸਾਰਾ ਕੁਝ। ਮੈਨੂੰ ਲੱਗਦਾ ਨਵੇਂ ਜ਼ਮਾਨੇ ਦੀ ਟੈਕਨੀਕ ਦੇ ਨਾਲ ਇਹਦੇ ਨਾਲ ਭਾਸ਼ਾ ਦੇ ਉੱਤੇ ਕਿਸ ਕਿਸਮ ਦਾ ਅਸਰ ਜਿਹੜਾ ਸਾਡੇ ਤੇ ਤੁਹਾਨੂੰ ਲੱਗਦਾ ਪਏਗਾ? ਇਹਦੇ ਨਾਲ ਵੈਸੇ ਇੱਕ ਚੀਜ਼ ਅਸੀਂ ਕਹਿ ਸਕਦੇ ਵੀ ਭਾਸ਼ਾ ਥੋੜੀ ਖਿਚੜੀ ਭਾਸ਼ਾ ਜ਼ਰੂਰ ਹੁੰਦੀ ਜਾ ਰਹੀ ਹੈਗੀ ਆ ਜੀ। ਜਿਵੇਂ ਕਿ ਮੈਂ ਵੀ ਅਗਰ ਪੰਜਾਬੀ ਬੋਲਦਾ, ਮੈਨੂੰ ਕਈ ਵਾਰੀ ਸ਼ੁੱਧ ਪੰਜਾਬੀ ਦਾ ਸ਼ਬਦ ਨਹੀਂ ਸੋਚਦਾ, ਮੈਂ ਵੀ ਅੰਗਰੇਜ਼ੀ ਦੇ ਸ਼ਬਦ ਵਰਤ ਲੈਣਾ ਜਾਂ ਹਿੰਦੀ ਦੇ ਵਰਤ ਲੈਣਾ ਹੈਗਾ। ਹਾਲਾਂਕਿ ਕਈ ਵਿਦਵਾਨਾਂ ਦਾ ਖਿਆਲ ਇਹ ਆ ਵੀ ਇਹਦੇ ਨਾਲ ਜਿਹੜੀ ਭਾਸ਼ਾ ਦੀ ਸ਼ੁੱਧਤਾ ਆ ਉਹ ਖਰਾਬ ਹੁੰਦੀ ਆ, ਬਟ ਭਾਸ਼ਾ ਦਾ ਇੱਕ ਮੇਨ ਉਦੇਸ਼ ਤਾਂ ਹੈਗਾ ਕਮਿਊਨੀਕੇਸ਼ਨ। ਪਰ ਡਾਕਟਰ ਸਾਹਿਬ, ਇੱਥੇ ਮੈਂ ਤੁਹਾਡੇ ਸ਼ਾਮਲ ਕਰਨਾ ਚਾਹਾਂਗਾ ਗੱਲ ਇੱਕ, ਜਿਹੜੇ ਲੋਕ ਇਸ ਗੱਲ ਨੂੰ ਕਹਿੰਦੇ ਆ ਕਿ ਤੁਸੀਂ ਸ਼ੁੱਧ ਭਾਸ਼ਾ ਵਰਤੋ, ਉਹਨਾਂ ਨੇ ਸਮੇਂ ਦੇ ਨਾਲ ਨਵੇਂ ਸ਼ਬਦ ਵੀ ਤੇ ਨਹੀਂ ਨਾ ਦਿੱਤੇ ਸਾਨੂੰ ਉਹਨਾਂ ਵਿਦਵਾਨਾਂ ਨੇ। ਇਹ ਬਿਲਕੁਲ ਠੀਕ ਗੱਲ ਹੈ। ਜਿਵੇਂ ਹੁਣ ਕੰਪਿਊਟਰ ਆ, ਇਲੈਕਟ੍ਰੋਨਿਕਸ ਹੈਗੇ ਆ, ਇਹਨਾਂ ਦੇ ਜਿਹੜੇ ਲੇਟੈਸਟ ਸ਼ਬਦ ਹੈਗੇ ਆ ਪੰਜਾਬੀ 'ਚ ਨਹੀਂ ਘੜੇ ਗਏ ਜੀ। ਇਨਫੈਕਟ ਮੈਂ ਪਿੱਛੇ ਜੇ ਮੌਂਟਰੀਅਲ ਗਿਆ ਸੀ, ਉੱਥੇ ਗੱਲ ਹੋ ਰਹੀ ਸੀਗੀ, ਉਹ ਕਹਿ ਰਹੇ ਸੀ ਵੀ ਫ੍ਰੈਂਚ ਆਪਣੀ ਭਾਸ਼ਾ ਲਈ ਬਹੁਤ ਜ਼ਿਆਦਾ ਪਾਰਟਿਕੂਲਰ ਆ। ਉਹ ਕਹਿੰਦੇ ਵੀ ਸਾਡੀ ਭਾਸ਼ਾ 'ਚ ਕੋਈ ਵੀ ਹੋਰ ਭਾਸ਼ਾ ਸ਼ਬਦ ਨਹੀਂ ਆਉਣਾ ਚਾਹੀਦਾ। ਉਹ ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਦਾ ਵਿਕਾਸ ਹੁੰਦਾ ਹੈ, ਜਿਵੇਂ ਕਿ ਕੰਪਿਊਟਰ ਦਾ ਹੀ ਹੋ ਗਿਆ, ਜਿੰਨੇ ਕੰਪਿਊਟਰ ਦੇ ਸ਼ਬਦ ਹੈਗੇ ਅੰਗਰੇਜ਼ੀ ਦੇ, ਨਾਲ ਦੀ ਨਾਲ ਉਹਨਾਂ ਨੇ ਫ੍ਰੈਂਚ ਦੇ ਸ਼ਬਦ ਘੱਟਦੇ ਆ ਜੀ। ਅਸੀਂ ਹੁਣ ਇਨਫੈਕਟ ਕੰਪਿਊਟਰ ਨੂੰ ਵੀ ਐਸ ਸੱਚ ਪੰਜਾਬੀ ਵਿੱਚ ਕੰਪਿਊਟਰ ਹੀ ਕਹਿੰਦੇ ਆ। ਇਹ ਹਾਲਾਂਕਿ ਅੰਗਰੇਜ਼ੀ ਦਾ ਸ਼ਬਦ ਹੈਗਾ। ਜਿੰਨੀ ਵੀ ਟਰਮਨੋਲੋਜੀ ਕੰਪਿਊਟਰ ਦੀ ਆ ਜਾਂ ਇਲੈਕਟ੍ਰੋਨਿਕਸ ਦੀ ਹੈਗੀ ਆ, ਉਹ ਅਸੀਂ ਐਸ ਸੱਚ ਹੀ ਪੰਜਾਬੀ ਵਿੱਚ ਵੀ ਲੈ ਲਈ ਆ। ਇਹ ਜਿਹੜੀ ਮੈਂ ਗੱਲ ਕੀਤੀ ਸੀ ਫ੍ਰੈਂਚ ਦੇ ਵਿੱਚ, ਉਹ ਧਿਆਨ ਰੱਖਦੇ ਵੀ ਕੋਈ ਵੀ ਨਵੀਂ ਟਰਮ ਜਾਂ ਨਵੀਂ ਟੈਕਨੋਲੋਜੀ ਆਉਂਦੀ ਆ ਤਾਂ ਉਹਦੀ ਸਾਰੀ ਜਿਹੜੀ ਟਰਮਸ ਆ ਨਾਲ ਦੀ ਨਾਲ ਫ੍ਰੈਂਚ ਵਿੱਚ ਘਟਦੇ ਆ। ਅਸੀਂ ਇਹ ਘਟਣ ਪਿੱਛੇ ਰਹਿ ਗਏ ਹੈਗੇ। ਮੈਂ ਸਮਝਦਾ ਕਿ ਸਾਰਾ ਦੋਸ਼ ਸਾਨੂੰ ਸਾਡੇ ਵਿਦਵਾਨਾਂ ਦੇ ਸਿਰ ਸੁੱਟਣ ਦੀ ਲੋੜ ਹੈਗੀ ਆ। ਜਿਹੜੇ ਲੋਕੀ ਇੰਨੇ ਸਮੇਂ ਤੋਂ ਪੰਜਾਬੀ ਦੇ ਝੰਡੇ ਚੁੱਕ ਕੇ ਕਹਿੰਦੇ ਰਹੇ ਕਿ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਸ਼ੁੱਧ ਹੋਣੀ ਚਾਹੀਦੀ ਆ, ਮੈਂ ਘੱਟੋ ਘੱਟ ਕੁਦਰਤੀ ਸਿੱਧੇ ਤੌਰ ਤੇ ਕਹਿਣਾ ਕਿ ਜੇ ਅਗਰ ਉਹ ਪੈਰਲਲ ਸ਼ਬਦ ਨਹੀਂ ਲਿਆ ਸਕੇ ਤੇ ਇਹਦੇ ਵਿੱਚ ਕਸੂਰ ਉਹਨਾਂ ਦਾ। ਟੈਕਨੋਲੋਜੀ ਤਾਂ ਆਪਣੇ ਆਪ ਹੌਲੀ ਉਹਨੇ ਆ ਹੀ ਜਾਣਾ, ਪਰ ਮੈਨੂੰ ਲੱਗਦਾ ਸਾਡੇ ਵਿਦਵਾਨ ਇਹਦੇ ਲਈ ਪਿੱਛੇ ਰਹਿ ਗਏ ਕਿ ਉਹ ਟੈਕਨੋਲੋਜੀ ਦੀ ਸਪੀਡ ਦੇ ਨਾਲ ਆਪਣੀ ਭਾਸ਼ਾ ਦੇ ਵਿੱਚ ਬਰਾਬਰ ਦੇ ਸ਼ਬਦ ਲਿਆਉਣ ਵਿੱਚ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ। ਔਰ ਹੁਣ
ਮਜਬੂਰੀ ਨੂੰ ਉਹ ਖੁਦ ਵੀ ਇਹਨਾਂ ਸ਼ਬਦਾਂ ਨੂੰ ਉਸੇ ਢੰਗ ਨਾਲ ਵਰਤ ਰਹੇ ਆ। ਕੀਬੋਰਡ ਨੂੰ ਕੀਬੋਰਡ ਹੀ ਲਿਖ ਰਹੇ ਆ, ਮਾਊਸ ਵੀ ਲਿਖ ਰਹੇ ਆ, ਔਰ PC ਲਿਖ ਰਹੇ ਨੇ, ਕੰਪਿਊਟਰ ਨੂੰ ਕੰਪਿਊਟਰ ਲਿਖ ਰਹੇ ਨੇ। ਡਾਕਟਰ ਸਾਹਿਬ, ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਭਵਿੱਖ ਬੜਾ ਸੁਨਹਿਰਾ, ਤੇ ਕਿਸ ਤਰ੍ਹਾਂ ਦੇ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਆ ਉਹ ਲਿਖੇ ਹੋਏ ਆ? ਕੌਣ ਲੋਕ ਨੇ ਜਿਹੜੇ ਲੋਕ ਤੁਹਾਡੇ ਨਾਲ ਮਦਦ ਜਿਹੜੀ ਆ ਹੁਣ ਕਰ ਰਹੇ ਆ? ਸਾਨੂੰ ਕਾਫੀ ਆਰਗੇਨਾਈਜੇਸ਼ਨਸ ਤੋਂ ਸਾਨੂੰ ਸਪੋਰਟ ਮਿਲੀ ਹੈਗੀ ਆ। ਸਾਨੂੰ ਭਾਰਤੀ ਸਰਕਾਰ ਵੱਲੋਂ ਮਿਨਿਸਟਰੀ ਆਫ ਇਨਫੋਰਮੇਸ਼ਨ ਟੈਕਨੋਲੋਜੀ ਨੇ ਸਾਨੂੰ ਕਾਫੀ ਪ੍ਰੋਜੈਕਟਸ ਦਿੱਤੇ ਹੈਗੇ ਆ। ਇਸ ਦੇ ਇਲਾਵਾ ਜਿਵੇਂ ਮੈਂ ਦੱਸਿਆ ਸੀ, ਸਾਨੂੰ ਆਸਟ੍ਰੇਲੀਆ ਤੋਂ, ਸਿੰਗਾਪੁਰ ਤੋਂ ਉੱਥੋਂ ਪ੍ਰੋਜੈਕਟਸ ਮਿਲੇ ਆ, ਮਿਨਿਸਟਰੀ ਆਫ ਡਿਫੈਂਸ ਤੋਂ ਮਿਲੇ ਹੈਗੇ ਆ। ਤੇ ਅਸੀਂ ਬੇਸਿਕਲੀ ਕਿਉਂਕਿ ਯੂਨੀਵਰਸਿਟੀ 'ਚ ਹੋਣ ਕਰਕੇ ਸਾਡਾ ਇੱਕ ਏਰੀਆ ਇਹ ਆ ਵੀ ਰਿਸਰਚ ਵੀ ਕੀਤੀ ਜਾਵੇ ਔਰ ਉਹ ਵਾਲੇ ਪ੍ਰੋਜੈਕਟਸ ਕੀਤੇ ਜਾਣ ਜਿਹਨਾਂ ਕੋਈ ਛੇਤੀ ਕਿਤੇ ਕੋਈ ਹੱਥ ਨਹੀਂ ਪਾਉਂਦਾ ਹੈਗਾ। ਕਿਉਂਕਿ ਜਿਹੜੀ ਕਮਰਸ਼ੀਅਲ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਕੋਈ ਵੀ ਪ੍ਰੋਜੈਕਟ ਕਰਨਾ ਜਾਂ ਸੌਫਟਵੇਅਰ ਬਣਾਉਣਾ ਤਾਂ ਉਹਨਾਂ ਨੇ ਦੇਖਣਾ ਵੀ ਕਿੱਡੀ ਵੱਡੀ ਮਾਰਕੀਟ ਆ ਤੇ ਉਹ 'ਚ ਕਿੰਨਾ ਖਰਚਾ ਆਊਗਾ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਅਸੀਂ ਰਿਸਰਚ ਬੇਸ ਕਰਨੇ ਹੈਗੇ ਆ, ਤੇ ਭਾਵੇਂ ਮਾਰਕੀਟ ਉਹਦੀ ਛੋਟੀ ਹੋਵੇ, ਭਾਵੇਂ ਉਹਨੂੰ ਵਰਤਣ ਵਾਲੇ ਵੀ ਛੋਟੇ ਹੋਣ ਤੇ ਉਸ ਦਾ ਖਰਚਾ ਬਹੁਤ ਜ਼ਿਆਦਾ ਹੋਵੇ, ਪਰ ਅਸੀਂ ਕੋਸ਼ਿਸ਼ ਇਹ ਕਰਨੀ ਵੀ ਉਹ ਵਾਲਾ ਪ੍ਰੋਜੈਕਟ ਕੀਤਾ ਜਾਵੇ। ਮਿਸਾਲ ਦੇ ਤੌਰ ਤੇ ਆਟੋਮੈਟਿਕ ਵੌਇਸ ਰੈਕੋਗਨੀਸ਼ਨ, ਜਿਵੇਂ ਕਿ ਅਸੀਂ ਚਾਹੁੰਦੇ ਹਾਂ ਵੀ ਮੈਂ ਪੰਜਾਬੀ 'ਚ ਬੋਲਾਂ ਤੇ ਕੰਪਿਊਟਰ ਉਹਨੂੰ ਆਪਣੇ ਆਪ ਪਹਿਚਾਣ ਲਵੇ, ਇਹਨੂੰ ਅਸੀਂ ਸਪੀਚ ਰੈਕੋਗਨੀਸ਼ਨ ਵੀ ਕਹਿੰਦੇ ਆ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈਗਾ, ਇਹ 'ਚ ਕਰੋੜਾਂ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੈਗੀ ਆ ਤੇ ਬਟ ਇਹਦੇ ਉੱਪਰ ਹਾਲੇ ਕੰਮ ਬਿਲਕੁਲ ਸ਼ੁਰੂ ਨਹੀਂ ਹੋਇਆ। ਆਉਣ ਵਾਲੇ ਸਮੇਂ 'ਚ ਮਤਲਬ ਇਹ ਆ ਕਿ ਜਦੋਂ ਇਹ ਸੌਫਟਵੇਅਰ ਤਿਆਰ ਹੋ ਜਾਏਗਾ ਤੇ ਜੋ ਕੁਝ ਅਸੀਂ ਪੰਜਾਬੀ 'ਚ ਬੋਲਾਂਗੇ ਉਹ ਕੰਪਿਊਟਰ ਆਟੋਮੈਟਿਕਲੀ ਟਾਈਪ ਕਰੇਗਾ ਤੇ ਬੋਲੇਗਾ। ਹਾਂਜੀ, ਇਹ ਅਸੀਂ ਆਉਣ ਵਾਲੇ ਸਮੇਂ 'ਚ ਇਹ ਵਾਲਾ ਇੱਕ ਪ੍ਰੋਜੈਕਟ ਆ ਜਿਹਦੇ ਉੱਪਰ ਕੰਮ ਕਰਨਾ ਚਾਹਾਂਗੇ। ਇਸੇ ਤਰ੍ਹਾਂ ਜਿਵੇਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਆਟੋਮੈਟਿਕ ਟ੍ਰਾਂਸਲੇਸ਼ਨ ਦਾ, ਮੈਂ ਕੁਝ ਵੀ ਅੰਗਰੇਜ਼ੀ 'ਚ ਲਿਖਿਆ ਹੋਇਆ, ਸਾਡੇ ਕੋਲ ਇੰਟਰਨੈਟ ਦੇ ਉੱਪਰ ਕੋਈ ਲਿਖਤ ਅੰਗਰੇਜ਼ੀ 'ਚ ਪਈ ਹੋਈ ਆ, ਪਰ ਮੈਂ ਪੰਜਾਬੀ 'ਚ ਮੈਂ ਪੜ੍ਹ ਸਕਦਾ, ਮੈਂ ਅੰਗਰੇਜ਼ੀ ਨਹੀਂ ਪੜ੍ਹ ਸਕਦਾ, ਉਹ ਆਪਣੇ ਆਪ ਉਹਨੂੰ ਅਨੁਵਾਦ ਕਰਦੇ ਉਹਦਾ ਅੰਗਰੇਜ਼ੀ ਤੋਂ ਪੰਜਾਬੀ। ਇਹ ਵੀ ਇੱਕ ਬਹੁਤ ਵੱਡਾ ਚੈਲੰਜਿੰਗ ਏਰੀਆ ਹੈਗਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਉੱਪਰ ਵੀ ਕੰਮ ਕਰਨਾ ਚਾਹਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਸੁਣਨ ਵਾਲਿਆਂ ਨੂੰ ਸੱਚਮੁੱਚ ਬੜਾ ਆਨੰਦ ਆਇਆ ਹੋਵੇਗਾ ਤੁਹਾਡੀ ਇਸ ਗੱਲਬਾਤ ਤੋਂ, ਕਿਉਂਕਿ ਹੁਣ ਸਮਾਂ ਜਿਹੜਾ ਆ ਗਿਆ ਉਹ ਇਹ ਹੈ ਕਿ ਕੰਪਿਊਟਰ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ ਤੇ ਇਹ ਵੀ ਸਮੇਂ ਦੀ ਮੰਗ ਹੈ ਕਿ ਸਾਨੂੰ ਆਪਣੀ ਭਾਸ਼ਾਵਾਂ ਦੀ ਲੋੜ ਦੇ ਮੁਤਾਬਕ ਇਹਦੇ ਸੌਫਟਵੇਅਰ ਬਣਾਉਣ ਦੀ ਲੋੜ ਪੈਣੀ ਆ, ਜਿਹਦੇ ਵਿੱਚ ਤੁਸੀਂ ਜਿਹੜੀ ਆ ਉਹ ਸ਼ੁਰੂਆਤ ਅਗਵਾਈ ਕਰ ਚੁੱਕੇ ਹੋ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਆਪਣੇ ਉਦੇਸ਼ ਦੇ ਵਿੱਚ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਔਰ ਸਾਡੀ ਭਾਸ਼ਾ ਦੇ ਵਿਕਾਸ ਦੇ ਲਈ ਜਿਹੜਾ ਉਹ ਤੁਸੀਂ ਉਪਰਾਲੇ ਕਰਦੇ ਰਹੋ। ਸਾਡੇ ਵੱਲੋਂ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ। ਸੋ ਡਾਕਟਰ ਗੁਰਪ੍ਰੀਤ ਲੈਲ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਦੋਸਤੋ, ਹੁਣੇ ਤੁਸੀਂ ਮੁਲਾਕਾਤ ਸੁਣੀ ਪੰਜਾਬੀ ਕੰਪਿਊਟਰ ਦੇ ਪਿਤਾਮਾ ਡਾਕਟਰ ਗੁਰਪ੍ਰੀਤ ਸਿੰਘ ਲਹਿਲ, ਪ੍ਰੋਫੈਸਰ ਤੇ ਮੁਖੀ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਸ ਅਤੇ ਡਾਇਰੈਕਟਰ ਐਡਵਾਂਸ ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ, ਲਿਟਰੇਚਰ ਐਂਡ ਕਲਚਰ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਤੇ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਅਮਰਜੀਤ ਵੜੈਚ ਹੋਰਾਂ ਨੇ।